ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦਰ ਤੇ ਜੁੜ ਕੇ ਗੁਰੂ ਦੀ ਬਾਣੀ ਦੁਆਰਾ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਸਾਨੂੰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ। ਸਤਿਗੁਰੂ ਆਖਦੇ ਕਿ ਉਹ ਵਾਹਿਗੁਰੂ ਬੜਾ ਬੇਅੰਤ ਹੈ, ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਰਹਿਮਤਾਂ ਦਾ ਕੋਈ ਅੰਤ, ਕੋਈ ਪਾਰਾਵਾਰ ਨਹੀਂ ਹੈ। ਉਸ ਪਰਮੇਸ਼ਰ ਨੇ ਜੋ ਜੋ ਬਖਸ਼ਿਸ਼ਾਂ ਸਾਡੇ ਤੇ ਕੀਤੀਆਂ, ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਉਹਦੇ ਵਰਗਾ ਦਿਆਲੂ ਹੋਰ ਕੋਈ ਵੀ ਨਹੀਂ। ਉਹ ਸਾਡੇ ਔਗਣ ਦੇਖਦਿਆਂ ਹੋਇਆਂ, ਸਾਡੀਆਂ ਗਲਤੀਆਂ ਦੇਖਦਿਆਂ ਹੋਇਆਂ ਵੀ ਉਹ ਕਦੇ ਉਹਨਾਂ ਨੂੰ ਚਿਤਾਰਦਾ ਨਹੀਂ। ਸਤਿਗੁਰੂ ਕਹਿੰਦੇ ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਏ। ਉਹ ਸਾਡੇ ਔਗਣਾਂ ਨੂੰ ਨਹੀਂ ਚਿਤਾਰਦਾ, ਉਹ ਸਾਨੂੰ ਆਪਣੇ ਗਲ ਲਾ ਲੈਂਦਾ ਹੈ, ਉਹ ਸਾਨੂੰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਇਹ ਉਹਦਾ ਸੁਭਾਅ ਹੈ। ਇਸ ਲਈ ਸਤਿਗੁਰੂ ਕਹਿੰਦੇ ਉਹਦੇ ਵਰਗਾ ਦਿਆਲ, ਉਹਦੇ ਵਰਗਾ ਬੇਅੰਤ ਹੋਰ ਕੋਈ ਨਹੀਂ। ਹੇ ਵਾਹਿਗੁਰੂ, ਤੂੰ ਬੇਅੰਤ ਦਇਆਲ ਹੈ, ਤੇਰੀ ਸ਼ਰਨ ਆਈ। ਹੇ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਆ ਗਿਆ, ਮੈਂ ਤੇਰੇ ਚਰਨਾਂ ਤੇ ਆ ਡਿੱਗਾ ਹਾਂ। ਕਿਰਪਾ ਕਰ, ਮੇਰੇ ਔਗਣਾਂ ਨੂੰ ਬਖਸ਼ ਲੈ, ਰਹਿਮਤ ਕਰ, ਮੇਰੇ ਗੁਨਾਹਾਂ ਵੱਲ ਨਾ ਵੇਖ, ਕਿਉਂਕਿ ਬੇਅੰਤ ਔਗਣ ਨੇ ਮੇਰੇ ਅੰਦਰ। ਸਤਿਗੁਰੂ ਕਹਿੰਦੇ ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹੇ ਸੱਚੇ ਪਾਤਸ਼ਾਹ, ਅਸੀਂ ਬੇਅੰਤ ਔਗਣ ਕਮਾਉਂਦੇ ਹਾਂ, ਜਿਨ੍ਹਾਂ ਦਾ ਕੋਈ ਅੰਤ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ ਕਿ ਸੱਚੇ ਪਾਤਸ਼ਾਹ, ਸਮੁੰਦਰ ਦੇ ਵਿੱਚ ਜਿੰਨਾ ਪਾਣੀ ਹੈ ਨਾ, ਇੰਨੇ ਸਾਡੇ ਅੰਦਰ ਔਗਣ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇੰਨੇ ਸਾਡੇ ਬੇਅੰਤ ਔਗਣ ਨੇ। ਹੇ ਵਾਹਿਗੁਰੂ, ਅਸੀਂ ਤੇਰੀ ਸ਼ਰਨ ਆ ਗਏ ਹਾਂ। ਤੂੰ ਬੇਅੰਤ ਦਿਆਲ ਹੈ, ਤੇਰੀ ਸ਼ਰਨ ਆਈ। ਮੈਂ ਤੇਰੀ ਸ਼ਰਨ ਆ ਗਿਆ, ਕਿਰਪਾ ਕਰ, ਸ਼ਰਨ ਆਏ ਨੂੰ ਆਪਣੇ ਚਰਨਾਂ ਨਾਲ ਜੋੜ ਲੈ। ਆਪਣੇ ਦਰ ਤੇ ਆਏ ਨੂੰ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦੇ। ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ। ਪੂਰੇ ਗੁਰੂ ਦੁਆਰਾ ਹੀ ਇਹ ਵਡਿਆਈ ਨਾਮ ਦੀ ਹਾਸਲ ਹੁੰਦੀ ਹੈ। ਗੁਰੂ ਤੋਂ ਬਿਨਾਂ ਇਹ ਨਾਮ ਦੀ ਵਡਿਆਈ, ਇਹ ਪ੍ਰਾਪਤ ਹੀ ਨਹੀਂ ਹੁੰਦੀ। ਅਸੀਂ ਲੱਖ ਯਤਨ ਕਰ ਲਈਏ, ਲੱਖ ਕੋਸ਼ਿਸ਼ ਕਰ ਲਈਏ, ਇਹ ਵਡਿਆਈ ਮਿਲਦੀ ਨਹੀਂ। ਇਹ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਹੁੰਦੀ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਆਪਣੀ ਥਾਂ ਬਿਠਾਉਣ ਦੀ ਬਜਾਏ ਗੁਰੂ ਰਾਮਦਾਸ ਜੀ ਨੂੰ, ਭਾਈ ਜੇਠੇ ਨੂੰ ਆਪਣੀ ਥਾਂ ਬਿਠਾਇਆ, ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਸਪੁੱਤਰ ਬਾਬੇ ਮੋਹਨ ਨੇ ਇਹ ਗੱਲ ਕਹੀ ਕਿ ਮੈਂ ਰਾਮਦਾਸ ਨੂੰ ਮੱਥਾ ਕਿਉਂ ਟੇਕਾਂ, ਕਿਉਂਕਿ ਜਿਹੜਾ ਹੱਕ ਮੇਰਾ ਸੀ ਉਹ ਤੁਸੀਂ ਇਸ ਰਾਮਦਾਸ ਨੂੰ ਦੇ ਦਿੱਤਾ। ਜੋ ਚੀਜ਼ ਮੈਨੂੰ ਮਿਲਣੀ ਚਾਹੀਦੀ ਸੀ
ਉਹ ਤੁਸੀਂ ਇਸ ਨੂੰ ਦੇ ਦਿੱਤੀ। ਇਸ ਲਈ ਮੈਂ ਇਹਨਾਂ ਨੂੰ ਕਦੇ ਮੱਥਾ ਨਹੀਂ ਟੇਕਾਂਗਾ। ਬਾਬੇ ਮੋਹਨ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਬੜਾ ਮੰਦਾ ਚੰਗਾ ਬੋਲਿਆ। ਉਹ ਸੋਚਦੇ ਸਨ ਕਿ ਵੱਡਾ ਹੋਣ ਦੇ ਨਾਤੇ ਇਹ ਵਡਿਆਈ ਮੈਨੂੰ ਹਾਸਲ ਹੋਵੇਗੀ, ਪਰ ਇਹ ਵਡਿਆਈ ਵੱਡੇ ਹੋਣ ਨਾਲ ਨਹੀਂ ਮਿਲਦੀ। ਜੇ ਅਸੀਂ ਸੋਚੀਏ ਕਿ ਅਸੀਂ ਉਮਰ ਵਿੱਚ ਵੱਡੇ ਹਾਂ ਤਾਂ ਸਾਨੂੰ ਗੁਰੂ ਦੀ ਰਹਿਮਤ ਮਿਲ ਜਾਏਗੀ, ਸਾਨੂੰ ਗੁਰੂ ਆਪਣੇ ਜੈਸਾ ਕਰ ਲਏਗਾ, ਕਿਉਂਕਿ ਅਸੀਂ ਤਾਂ ਉਮਰ ਵਿੱਚ ਵੱਡੇ ਹਾਂ। ਇਸ ਲਈ ਇਹ ਹੰਕਾਰ ਜਿਹੜਾ ਹੁੰਦਾ ਨਾ, ਇਹ ਹੰਕਾਰ ਬੰਦੇ ਨੂੰ ਕਦੇ ਵੀ ਗੁਰੂ ਦੇ ਚਰਨਾਂ ਨਾਲ ਜੁੜਨ ਨਹੀਂ ਦਿੰਦਾ। ਇਹੀ ਅਹੰਕਾਰ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ ਨੂੰ ਵੀ ਸੀ। ਇਹੀ ਅਹੰਕਾਰ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਨੂੰ ਸੀ। ਇਹੀ ਅਹੰਕਾਰ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ ਪ੍ਰਿਥੀਏ ਨੂੰ ਸੀ ਕਿ ਮੈਂ ਵੱਡਾ ਹਾਂ, ਇਸ ਲਈ ਵੱਡਾ ਹੋਣ ਦੇ ਨਾਤੇ ਮੈਨੂੰ ਮਿਲੇਗਾ ਸਭ ਕੁਝ। ਇਹ ਹੰਕਾਰ ਮਾਰ ਲੈਂਦਾ। ਇਹੀ ਹੰਕਾਰ ਰਾਮ ਰਾਏ ਨੂੰ ਸੀ ਕਿ ਮੈਂ ਵੱਡਾ। ਇਹੀ ਹੰਕਾਰ ਧੀਰਮਲ ਨੂੰ ਵੀ ਸੀ। ਇਸ ਲਈ ਇਹ ਵੱਡੇ ਹੋਣ ਨਾਲ ਨਹੀਂ ਚੀਜ਼ਾਂ ਹਾਸਲ ਹੁੰਦੀਆਂ, ਇਹ ਤਾਂ ਛੋਟੇ ਹੋਣ ਨਾਲ ਮਿਲਦਾ ਹੈ। ਜਿਹੜਾ ਨੀਵਾਂ ਹੋ ਜਾਂਦਾ ਹੈ ਉਹ ਗੁਰੂ ਦੀ ਵਡਿਆਈ ਲੈ ਲੈਂਦਾ ਹੈ। ਜਿਹਨੂੰ ਝੁਕਣਾ ਆ ਜਾਂਦਾ ਹੈ, ਜਿਹਨੂੰ ਨਿਵਣਾ ਆ ਜਾਂਦਾ ਹੈ, ਉਹ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰ ਲੈਂਦਾ ਹੈ। ਸਤਿਗੁਰੂ ਕਹਿੰਦੇ ਗੁਰ ਪੂਰੇ ਤੇ ਪਾਈ ਹੈ, ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਇਹ ਰਹਿਮਤ। ਜਿਸ ਦਿਨ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ, ਉਸ ਦਿਨ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਅੱਜ ਕੀ ਵਾਪਰਨ ਵਾਲਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜੇਠੇ ਨੂੰ ਬੁਲਾ ਕੇ ਲਿਆਓ। ਗੁਰੂ ਰਾਮਦਾਸ ਭਾਈ ਜੇਠਾ ਉਹ ਸੇਵਾ ਵਿੱਚ ਲੱਗੇ ਹੋਏ, ਸੇਵਾ ਕਰ ਰਹੇ ਸਨ। ਹੱਥ ਪੈਰ ਕੱਪੜੇ ਮਿੱਟੀ ਨਾਲ ਭਰੇ ਹੋਏ ਸਨ, ਟੋਕਰੀ ਢੋ ਰਹੇ ਸਨ, ਗੁਰੂ ਘਰ ਦੀ ਸੇਵਾ ਵਿੱਚ ਲੱਗੇ ਹੋਏ। ਬਾਬੇ ਬੁੱਢੇ ਨੇ ਆ ਕੇ ਕਿਹਾ ਕਿ ਹੁਣ ਇਹ ਟੋਕਰੀ ਲਾ ਦਿਓ ਸਿਰ ਤੋਂ, ਹੁਣ ਸਾਫ਼ ਕੱਪੜੇ ਪਹਿਨ ਲਓ। ਭਾਈ ਜੇਠੇ ਨੇ ਹੈਰਾਨ ਹੋ ਕੇ ਕਿਹਾ ਕਿ ਬਾਬਾ ਬੁੱਢਾ ਜੀ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹੁਣ ਟੋਕਰੀ ਸਿਰ ਤੋਂ ਲਾ ਦਿਓ, ਇਹ ਕਿਵੇਂ? ਕਿਉਂਕਿ ਗੁਰੂ ਘਰ ਦੇ ਵਿੱਚ ਤਾਂ ਤੁਸੀਂ ਤਾਂ ਸਾਰਿਆਂ ਨੂੰ ਪ੍ਰੇਰਦੇ ਹੋ ਕਿ ਭਾਈ ਸੇਵਾ ਕਰੋ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਨਹੀਂ ਹੁਣ ਟੋਕਰੀ ਛੱਡ ਦਿਓ। ਬਾਬਾ ਬੁੱਢਾ ਜੀ ਨੇ ਕਿਹਾ ਕਿ ਅੱਜ ਤੋਂ ਤੁਹਾਡੇ ਲਈ ਇਹੀ ਹੁਕਮ ਹੈ ਗੁਰੂ ਸਾਹਿਬ ਦਾ, ਹੁਣ ਟੋਕਰੀ ਛੱਡ ਦਿਓ। ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ ਕਿ ਜੇਠੇ ਨੂੰ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਵਾ ਕੇ ਸਾਡੇ ਕੋਲ ਲੈ ਕੇ ਆਓ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਸ਼ਨਾਨ ਕਰਾਇਆ ਗਿਆ, ਨਵੇਂ ਵਸਤਰ ਪਹਿਨਾਏ ਗਏ ਉਹਨਾਂ ਨੂੰ, ਨਵੇਂ ਕੱਪੜੇ ਪਹਿਨਾ ਕੇ ਤਿਆਰ ਕਰਕੇ ਚੰਗੀ ਤਰ੍ਹਾਂ ਸਜਾ ਸਵਾਰ ਕੇ ਬਾਬਾ ਬੁੱਢਾ ਜੀ ਲੈ ਕੇ ਆਏ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ। ਉਹਨਾਂ ਦੇ ਸਾਹਮਣੇ ਲਿਆ ਕੇ ਬਿਠਾਇਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਕਿ ਜੇਠਾ ਜੀ, ਰਾਮਦਾਸ ਜੀ, ਹੁਣ ਤੁਸੀਂ ਟੋਕਰੀ ਨਹੀਂ ਢੋਵੋਗੇ, ਬਹੁਤ ਟੋਕਰੀ ਢੋ ਲਈ ਤੁਸੀਂ, ਹੁਣ ਤੁਹਾਡੇ ਸਿਰ ਤੇ ਛਤਰ ਝੁੱਲਣ ਦਾ ਵੇਲਾ ਆ ਗਿਆ। ਉਹ ਟੋਕਰੀ ਜਿਹੜੀ ਦੂਸਰਿਆਂ ਨੂੰ ਅੱਜ ਤੱਕ ਸਿਰਫ ਮਿੱਟੀ ਨਾਲ ਭਰੀ ਹੋਈ ਹੀ ਨਜ਼ਰ ਆਉਂਦੀ ਸੀ, ਅੱਜ ਤੁਹਾਡੇ ਸਿਰ ਤੇ ਛਤਰ ਝੁੱਲੇਗਾ,
ਤੇ ਹਮੇਸ਼ਾ ਸਭ ਨੂੰ ਨਜ਼ਰ ਆਏਗਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਵਡਿਆਈ ਬਖਸ਼ੀ। ਇਸ ਤਰ੍ਹਾਂ ਸਤਿਗੁਰੂ ਨੇ ਆਪਣੇ ਨਾਲ ਜੋੜ ਕੇ ਆਪਣੇ ਜੈਸਾ ਹੀ ਕਰ ਲਿਆ। ਜਿਨ੍ਹਾਂ ਨੂੰ ਕੋਈ ਨਹੀਂ ਸੀ ਜਾਣਦਾ, ਜਿਨ੍ਹਾਂ ਨੂੰ ਕੋਈ ਨਹੀਂ ਸੀ ਪੁੱਛਦਾ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਕਿ ਅਸੀਂ ਰੁਲਦੇ ਫਿਰਦੇ ਸਾਂ, ਗਲੀਆਂ ਦੇ ਵਿੱਚ ਘੁੰਗਣੀਆਂ ਵੇਚਦੇ ਫਿਰਦੇ ਸਾਂ, ਲੋਕ ਬਾਤ ਨਹੀਂ ਸੀ ਪੁੱਛਦੇ। ਪਰ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ। ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਗੁਰੂ ਨੇ ਸਾਨੂੰ ਕੀੜਿਆਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਵੱਡੇ ਕਰ ਲਿਆ। ਗੁਰੂ ਨੇ ਰਹਿਮਤ ਕੀਤੀ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਧੰਨ ਗੁਰੂ ਹੈ ਜਿਹਦਾ ਸੇਵਕ ਹੈ ਨਾਨਕ ਦਾਸ। ਗੁਰੂ ਰਾਮਦਾਸ ਕਹਿੰਦੇ ਜਿਹਦਾ ਮੈਂ ਸੇਵਕ ਹਾਂ ਉਹ ਗੁਰੂ ਧੰਨ। ਜਿਹਨੂੰ ਮਿਲਿਆ ਸਾਰੇ ਸੋਗ ਸੰਤਾਪ ਮਿਟ ਗਏ, ਜਿਹਨੂੰ ਮਿਲਿਆ ਸਭ ਕਲੇਸ਼ ਮਿਟ ਗਏ। ਐਸੀ ਗੁਰੂ ਨੇ ਰਹਿਮਤ, ਐਸੀ ਗੁਰੂ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ। ਪੂਰੇ ਗੁਰੂ ਦੁਆਰਾ ਵਡਿਆਈ ਪ੍ਰਾਪਤ ਹੁੰਦੀ ਹੈ। ਇਹ ਗੁਰੂ ਬਖਸ਼ਦਾ ਹੈ। ਗੁਰੂ ਤੋਂ ਬਿਨਾਂ ਵਡਿਆਈਆਂ ਨਹੀਂ ਜੇ ਮਿਲਦੀਆਂ। ਉਹਨਾਂ ਨੂੰ ਮਿਲਦੀਆਂ ਜਿਹੜੇ ਗੁਰੂ ਰਾਮਦਾਸ ਮਹਾਰਾਜ ਵਾਂਗੂ, ਭਾਈ ਜੇਠੇ ਵਾਂਗੂ ਆਪਣੇ ਆਪ ਨੂੰ ਮਿਟਾ ਲੈਂਦੇ ਨੇ। ਉਹਨਾਂ ਨੂੰ ਰਹਿਮਤਾਂ ਹਾਸਲ ਹੁੰਦੀਆਂ। ਜਿਹੜਾ ਆਪਣੇ ਆਪ ਨੂੰ ਮਿਟਾਉਂਦਾ ਉਹ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਜਿਹੜਾ ਆਪਣੇ ਆਪ ਨੂੰ ਪ੍ਰਗਟਾਉਂਦਾ ਉਹ ਖੁਦ ਮਿਟ ਜਾਂਦਾ ਹੈ। ਇਸ ਲਈ ਗੁਰੂ ਦੇ ਦਰ ਤੇ ਮਿਟੀਦਾ ਹੈ, ਆਪਣੀ ਮੈਂ ਨੂੰ ਮਿਟਾਈਦਾ ਹੈ। ਤੇ ਮੈਂ ਨੂੰ ਮਿਟਾ ਕੇ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ। ਗੁਰੂ ਦੇ ਚਰਨਾਂ ਨਾਲ ਅਸੀਂ ਜੁੜ ਜਾਂਦੇ ਹਾਂ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਸਭ ਨਾਮੈ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਸਾਰੀ ਦੁਨੀਆ ਚਾਹੁੰਦੀ ਹੈ ਕਿ ਰੱਬ ਦਾ ਨਾਮ ਮਿਲੇ। ਸਭ ਕਹਿੰਦੇ ਨੇ ਕਿ ਜੀ ਰੱਬ ਦਾ ਨਾਮ ਜਪਣਾ ਹੈ, ਕਰਾਂਗੇ ਬੰਦਗੀ। ਕਿਤੇ ਨਾ ਕਿਤੇ ਬੰਦੇ ਦੇ ਮਨ ਅੰਦਰ ਇਹ ਇੱਛਾ ਹੁੰਦੀ ਹੈ ਕਿ ਹਾਂ ਜੀ ਰੱਬ ਦਾ ਨਾਮ ਲਵਾਂਗੇ ਜੀ। ਆ ਬਸ ਆ ਥੋੜ੍ਹੀ ਦੇਰ ਹੈ, ਕੰਮ ਧੰਦਿਆਂ ਤੋਂ ਵਿਹਲੇ ਹੋ ਜਾਈਏ, ਫਿਰ ਰੱਬ ਦਾ ਨਾਮ ਹੀ ਲੱਪਿਆ ਕਰਨਾ, ਫਿਰ ਰੱਬ ਰੱਬ ਹੀ ਕਰਿਆ ਕਰਨੀ ਹੈ। ਸਾਰੇ ਲੋਕ ਐਸਾ ਹੀ ਕਹਿੰਦੇ ਨੇ। ਸਤਿਗੁਰੂ ਕਹਿੰਦੇ ਲੋਚਦੇ ਸਭ ਨੇ, ਕਹਿੰਦੇ ਸਭ ਨੇ, ਪਰ ਰੱਬ ਦਾ ਨਾਮ ਸਭ ਨੂੰ ਨਸੀਬ ਨਹੀਂ ਜੇ ਹੁੰਦਾ। ਸਭ ਨੂੰ ਨਹੀਂ। ਕੰਮਾਂ ਧੰਦਿਆਂ ਤੋਂ ਸਾਰੇ ਵਿਹਲੇ ਹੋ ਜਾਂਦੇ ਨੇ, ਪਰ ਸਾਰੇ ਰੱਬ ਦੇ ਨਾਮ ਨਾਲ ਜੁੜਦੇ ਨੇ ਨਹੀਂ। ਰਿਟਾਇਰ ਹਰ ਬੰਦੇ ਨੇ ਹੋ ਜਾਣਾ ਹੁੰਦਾ ਆਪਣੀ ਨੌਕਰੀ ਤੋਂ, ਪਰ ਰਿਟਾਇਰ ਹੋ ਕੇ ਉਹ ਸੱਚਮੁੱਚ ਵਾਹਿਗੁਰੂ ਦਾ ਨਾਮ ਜਪੇਗਾ ਹੀ, ਇਸ ਗੱਲ ਦਾ ਕੋਈ ਦਾਅਵਾ ਨਹੀਂ ਹੈ। ਕਿਉਂਕਿ ਜਿਵੇਂ ਹੀ ਰਿਟਾਇਰ ਹੋਏਗਾ ਉਵੇਂ ਹੀ ਉਹ ਕੋਈ ਨਾ ਕੋਈ ਹੋਰ ਕੰਮ ਲੱਭਣਾ ਚਾਹੇਗਾ, ਕਿਉਂਕਿ ਵਿਹਲਾ ਨਹੀਂ ਰਹਿ ਸਕਦਾ। ਕੁਛ ਨਾ ਕੁਛ ਹੋਰ ਕਾਰ ਵਿਹਾਰ ਕਰਨਾ ਚਾਹੇਗਾ। ਇਸ ਲਈ ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਨਾਮ ਲੋਚਦੇ ਤਾਂ ਬਹੁਤ ਲੋਕ ਨੇ, ਪਰ ਨਸੀਬ ਸਭ ਨੂੰ ਨਹੀਂ ਹੁੰਦਾ। ਸਭ ਨਾਮੈ ਨੂੰ ਲੋਚਦੀ, ਸਾਰੀ ਦੁਨੀਆ ਵਾਹਿਗੁਰੂ ਦੇ ਨਾਮ ਨੂੰ ਚਾਹੁੰਦੀ ਹੈ। ਜਿਸ ਕਿਰਪਾ ਕਰੇ ਸੋ ਪਾਏ। ਜਿਹਦੇ ਤੇ ਉਹਦੀ ਕਿਰਪਾ ਹੁੰਦੀ ਹੈ ਉਸੇ ਨੂੰ ਪ੍ਰਾਪਤ ਹੁੰਦਾ ਹੈ, ਉਸੇ ਨੂੰ ਮਿਲਦਾ ਹੈ। ਸਭ ਨੂੰ ਨਸੀਬ ਨਹੀਂ ਹੁੰਦਾ, ਸਭ ਨੂੰ ਹਾਸਲ ਨਹੀਂ ਹੁੰਦਾ। ਬਿਨ ਨਾਮੈ ਸਭ ਦੁੱਖ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਤਿਗੁਰੂ ਕਹਿੰਦੇ ਦੁੱਖ ਹੈ ਸਭ। ਸਾਡੇ ਜੀਵਨ ਵਿੱਚ ਉਹਦਾ ਨਾਮ ਨਹੀਂ ਹੈ, ਸਿਰਫ ਦੁੱਖ ਹੀ ਦੁੱਖ ਹੈ। ਉਹਦਾ ਨਾਮ ਜਿਸ ਦਿਨ ਸਾਡੇ ਜੀਵਨ ਵਿੱਚ ਹੁੰਦਾ ਹੈ, ਸੁੱਖ ਵਾਪਰਦਾ ਹੀ ਉਸ ਦਿਨ ਹੈ। ਸੁੱਖ ਆਉਂਦਾ ਹੀ ਤਦੋਂ ਹੈ। ਅਸੀਂ ਹਾਲੇ ਨਾਮ ਦਾ ਸੁੱਖ ਜਾਣਿਆ ਨਹੀਂ ਨਾ ਹੈ। ਸਾਨੂੰ ਹਾਲੇ ਨਾਮ ਦਾ ਸੁੱਖ ਨਹੀਂ ਦਿਸਦਾ, ਸਾਨੂੰ ਹਾਲੇ ਚੀਜ਼ਾਂ ਦਾ ਹੀ ਸੁੱਖ ਦਿਸਦਾ। ਸਾਨੂੰ ਧੀਆਂ ਪੁੱਤਾਂ ਦਾ ਸੁੱਖ ਦਿਸਦਾ, ਪੈਸੇ ਦਾ ਸੁੱਖ ਦਿਸਦਾ, ਨੌਕਰੀਆਂ
ਵਡਿਆਈਆਂ ਦਾ, ਮਾਇਆ ਦਾ ਸੁੱਖ ਦਿਸਦਾ, ਰੁਤਬਿਆਂ ਅਹੁਦਿਆਂ ਦਾ ਸੁੱਖ ਦਿਸਦਾ। ਸਾਨੂੰ ਉਸ ਸੁੱਖ ਦਾ ਹਾਲੇ ਪਤਾ ਨਹੀਂ। ਜਿਸ ਦਿਨ ਵਾਹਿਗੁਰੂ ਦੇ ਨਾਮ ਦਾ ਸੁੱਖ ਮਿਲੇਗਾ, ਜਿਸ ਦਿਨ ਉਹਦੇ ਨਾਮ ਦਾ ਆਨੰਦ ਹਾਸਲ ਹੋਵੇਗਾ, ਉਸ ਦਿਨ ਗੱਲ ਬਣੇਗੀ। ਉਸ ਸੁੱਖ ਦੇ ਸਾਹਮਣੇ ਬਾਕੀ ਸਾਰੇ ਸੁੱਖ ਫਿੱਕੇ ਨੇ, ਬਾਕੀ ਸਾਰੇ ਸੁੱਖ ਵਿਅਰਥ। ਇਸ ਕਰਕੇ ਸਤਿਗੁਰੂ ਕਹਿੰਦੇ ਬਿਨ ਨਾਮ ਹੈ ਸਭ ਦੁੱਖ ਹੈ, ਸੁੱਖ ਤਿਸ। ਉਸ ਬੰਦੇ ਨੂੰ ਸੁੱਖ ਹੈ ਜਿਸ ਮਨ ਵਸਾਏ, ਜਿਹਦੇ ਮਨ ਵਿੱਚ ਵਾਹਿਗੁਰੂ ਵਸਿਆ, ਜਿਹਦੇ ਮਨ ਵਿੱਚ ਪਰਮੇਸ਼ਰ ਵਸਿਆ। ਸੁੱਖ ਉਹਦੇ ਅੰਦਰ ਹੈ, ਸੁੱਖ ਉਸ ਨੂੰ ਹੈ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਨਾਈ। हे ਸੱਚੇ ਪਾਤਸ਼ਾਹ, ਤੂੰ ਬਹੁਤ ਬੇਅੰਤ ਹੈ, ਤੂੰ ਸਭ ਤੇ ਦਇਆ ਕਰਦਾ। ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ, ਉਹਦੇ ਵਰਗਾ ਦਿਆਲੂ ਕੋਈ ਨਹੀਂ। ਉਹ ਸਾਡੇ ਔਗਣ ਦੇਖਦਾ ਹੋਇਆ ਵੀ ਉਹ ਸਾਨੂੰ ਬਖਸ਼ ਦਿੰਦਾ। ਸਾਨੂੰ ਜਿਸ ਬੰਦੇ ਦਾ ਔਗਣ ਦਿਸ ਜਾਵੇ, ਅਸੀਂ ਉਸ ਬੰਦੇ ਨੂੰ ਬਹੁਤਾ ਪਸੰਦ ਨਹੀਂ ਕਰਦੇ। ਪਰ ਉਹ ਵਾਹਿਗੁਰੂ ਸਾਡੇ ਔਗਣ ਦੇਖਦਿਆਂ ਹੋਇਆਂ ਵੀ ਕਦੇ ਸਾਨੂੰ ਨਫ਼ਰਤ ਨਹੀਂ ਕਰਦਾ। ਇਸ ਲਈ ਸਤਿਗੁਰੂ ਕਹਿੰਦੇ ਉਹ ਹਮੇਸ਼ਾ ਦਇਆ ਕਰਦਾ ਹੈ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਨਾਈ। ਮੈਂ ਤੇਰੀ ਸ਼ਰਨ ਵਿੱਚ ਆ ਪਿਆ। ਗੁਰਪੂਰੇ ਤੇ ਪਾਈ ਹੈ ਨਾਮੇ ਵਡਿਆਈ। ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ ਹੈ ਵਾਹਿਗੁਰੂ ਦੇ ਨਾਮ ਦੀ ਵਡਿਆਈ। ਰਹਾਓ ਅੰਤਰ ਬਾਹਰ ਏਕ ਹੈ, ਬਹੁ ਬਿਧ ਸ੍ਰਿਸ਼ਟ ਉਪਾਈ। ਸਤਿਗੁਰੂ ਕਹਿੰਦੇ ਇਹ ਸਾਰੀ ਸ੍ਰਿਸ਼ਟੀ ਵਾਹਿਗੁਰੂ ਨੇ ਬੜੇ ਢੰਗਾਂ ਨਾਲ ਪੈਦਾ ਕੀਤੀ ਹੈ। ਬਹੁ ਬਿਧ, ਬੜੀਆਂ ਵਿਧੀਆਂ ਨਾਲ, ਬੜੇ ਢੰਗਾਂ ਨਾਲ ਉਹਨੇ ਸ੍ਰਿਸ਼ਟੀ ਨੂੰ ਸਿਰਜਿਆ। ਅੰਤਰ ਬਾਹਰ ਏਕ, ਜੈਸਾ ਸਾਡੇ ਅੰਦਰ ਹੈ ਵੈਸਾ ਹੀ ਬਾਹਰ ਹੈ। ਜਿਹਨੂੰ ਸਤਿਗੁਰੂ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਬ੍ਰਹਮੰਡ ਵਿੱਚ ਉਹੀ ਇਸ ਪਿੰਡ, ਇਸ ਸਰੀਰ ਵਿੱਚ ਉਹੀ ਕੁਛ, ਓਨਾ ਹੀ ਸਭ ਕੁਛ ਹੈ। ਇਸ ਲਈ ਉਸ ਨੇ ਸਾਡੇ ਅੰਦਰ ਅਤੇ ਬਾਹਰ ਸਭ ਕੁਝ ਇੱਕੋ ਜਿਹਾ ਪੈਦਾ ਕੀਤਾ ਹੈ। ਅੰਤਰ ਬਾਹਰ ਏਕ ਹੈ। ਸਾਡੇ ਅੰਦਰ ਵੀ ਉਹ ਵਾਹਿਗੁਰੂ ਹੈ ਤੇ ਬਾਹਰ ਵੀ ਉਹੀ ਹੈ। ਬਾਹਰ ਵੀ ਉਹੀ, ਬਾਹਰ ਵੀ ਉਹੀ ਚੀਜ਼ਾਂ ਨੇ। ਜਿਵੇਂ ਸਾਡੇ ਅੰਦਰ ਊਰਜਾ ਹੈ, ਉਸੇ ਤਰ੍ਹਾਂ ਬਾਹਰ ਵੀ ਊਰਜਾ ਹੈ। ਸਾਡੇ ਅੰਦਰ ਸਰੀਰ ਦੇ ਵਿੱਚ ਪਾਣੀ ਹੈ, ਉਵੇਂ ਹੀ ਧਰਤੀ ਵਿੱਚ ਪਾਣੀ ਹੈ ਸਾਡੇ ਬਾਹਰ। ਜਿਵੇਂ ਧਰਤੀ ਤੇ 70% ਪਾਣੀ ਹੈ, ਇਸੇ ਤਰ੍ਹਾਂ ਸਾਡੇ ਸਰੀਰ ਦਾ ਹਿਸਾਬ ਹੈ। ਇਹਦੇ ਵਿੱਚ ਵੀ ਜ਼ਿਆਦਾਤਰ ਪਾਣੀ ਦੀ ਮਾਤਰਾ ਵੱਧ ਹੈ। ਬਾਹਰ ਪਾਣੀ ਸੁੱਕ ਜਾਏ ਤਾਂ ਸਾਡਾ ਜੀਵਨ ਖਤਮ ਹੋ ਜਾਂਦਾ ਹੈ, ਪਰ ਅੰਦਰ ਦਾ ਪਾਣੀ ਸਾਡੇ ਸਰੀਰ ਦਾ ਖਤਮ ਹੋ ਜਾਏ, ਪਾਣੀ ਦੀ ਕਮੀ ਹੋ ਜਾਏ ਤਾਂ ਵੀ ਅਸੀਂ ਮਰ ਜਾਂਦੇ ਹਾਂ। ਬਾਹਰ ਐਨਰਜੀ ਸੋਰਸ ਸੂਰਜ ਹੈ, ਸੂਰਜ ਠੰਡਾ ਪੈ ਜਾਏ ਤੇ ਅਸੀਂ ਸਭ ਮਰ ਜਾਵਾਂਗੇ, ਪਰ ਸਾਡੇ ਅੰਦਰ ਦੀ ਐਨਰਜੀ, ਸਾਡੇ ਅੰਦਰ ਜੋ ਤਪਸ਼ ਹੈ ਉਹ ਮਿਟ ਜਾਏ, ਠੰਡੀ ਪੈ ਜਾਏ ਤਾਂ ਵੀ ਅਸੀਂ ਮਰ ਜਾਂਦੇ ਹਾਂ। ਇਸ ਲਈ ਸਭ ਚੀਜ਼ਾਂ ਸਾਡੇ ਅੰਦਰ ਬਾਹਰ ਇੱਕ ਸਮਾਨ ਨੇ। ਸਤਿਗੁਰੂ ਕਹਿੰਦੇ ਉਸ ਵਾਹਿਗੁਰੂ ਦੀ ਜੋਤ ਬਾਹਰ ਵੀ ਹੈ, ਉਸ ਪਰਮੇਸ਼ਰ ਦੀ ਜੋਤ ਬੰਦੇ ਦੇ ਅੰਦਰ ਵੀ। ਅੰਤਰ ਬਾਹਰ ਏਕ ਹੈ, ਬਹੁ ਬਿਧ ਸ੍ਰਿਸ਼ਟ ਉਪਾਈ। ਉਸ ਵਾਹਿਗੁਰੂ ਨੇ ਬਹੁ ਵਿਧੀਆਂ ਨਾਲ ਸ੍ਰਿਸ਼ਟੀ ਨੂੰ ਪੈਦਾ ਕੀਤਾ। ਹੁਕਮੇ ਕਾਰ ਕਰਾਇਂਦਾ, ਦੂਜਾ ਕਿਸ ਕਹੀ ਹੈ ਭਾਈ। ਉਹ ਵਾਹਿਗੁਰੂ ਆਪਣੇ ਹੁਕਮ ਵਿੱਚ ਆਪਣੀ ਕਾਰ ਕਰਾਉਂਦਾ, ਉਹ ਆਪਣੇ ਹੁਕਮ ਵਿੱਚ ਸਭ ਕੁਝ ਕਰਦਾ ਕਰਾਉਂਦਾ। ਦੂਜਾ ਕਿਹਨੂੰ ਕਹੀਏ? ਕੌਣ ਹੈ ਉਹਦੇ ਬਿਨਾਂ ਹੋਰ ਕਰਨ ਵਾਲਾ? ਕੌਣ ਹੈ ਉਹਦੇ ਬਿਨਾਂ ਕਰਾਉਣ ਵਾਲਾ? ਉਹੀ ਹੈ ਸਭ ਕੁਝ ਕਰਨ ਕਾਰਨ, ਉਹੀ ਹੈ ਸਭ ਕਾਸੇ ਦਾ ਮਾਲਕ। ਉਹਦੇ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਬੁੱਝਣਾ ਅਬੁੱਝਣਾ ਤੁਧ ਕੀਆ। ਹੇ ਸੱਚੇ ਪਾਤਸ਼ਾਹ, ਇਹ ਸਭ ਖੇਡ ਰਚਣ ਵਾਲਾ ਤੂੰ ਹੀ ਹੈ। ਬੁੱਝਣਾ ਤੇ ਅਬੁੱਝਣਾ, ਜਾਣਨਾ ਸਮਝਣਾ ਅਤੇ ਨਾ ਸਮਝਣਾ, ਸਮਝ ਅਤੇ ਨਾ ਸਮਝੀ, ਇਹ ਦੋਨੋਂ ਤੇਰੀਆਂ ਹੀ ਰਚੀਆਂ ਹੋਈਆਂ ਖੇਡਾਂ ਨੇ। ਕਿ ਇੱਕ ਬਹੁਤ ਸਿਆਣੇ ਲੋਕ ਨੇ, ਬੜੀ ਛੇਤੀ ਚੀਜ਼ਾਂ ਨੂੰ ਸਮਝ ਜਾਂਦੇ ਨੇ। ਇੱਕ ਬਹੁਤ ਮੂਰਖ ਲੋਕ ਨੇ, ਬਾਰ-ਬਾਰ ਸਮਝਾਉਣ ਤੇ ਵੀ ਸਮਝਦੇ ਨਹੀਂ। ਕੋਈ ਬੰਦਾ ਬਹੁਤ ਸਿਆਣਾ ਹੈ, ਕੋਈ ਬੰਦਾ ਬਹੁਤ ਮੂਰਖ ਹੈ। ਸਤਿਗੁਰੂ ਕਹਿੰਦੇ ਬੁੱਝਣਾ ਅਬੁੱਝਣਾ,
ਸਮਝਣਾ ਅਤੇ ਨਾ ਸਮਝਣਾ, ਸਮਝ ਅਤੇ ਨਾ ਸਮਝ, ਸਮਝਦਾਰ ਅਤੇ ਮੂਰਖ, ਸਤਿਗੁਰੂ ਕਹਿੰਦੇ ਇਹ ਦੋਨੋਂ ਤੇਰੇ ਹੀ ਰਚੇ ਹੋਏ ਨੇ। ਬੁੱਝਣਾ ਅਬੁੱਝਣਾ ਤੁਧ ਕੀਆ, ਇਹ ਤੇਰੀ ਸਰਕਾਰ, ਇਹ ਸਾਰੀ ਤੇਰੀ ਸਰਕਾਰ ਹੈ। ਤੂੰ ਹੀ ਇਹ ਖੇਡ ਰਚਣ ਵਾਲਾ, ਇਹ ਸਭ ਖੇਡ ਤੂੰ ਹੀ ਰਚਿਆ ਹੋਇਆ। ਕਿਸੇ ਨੂੰ ਬਹੁਤ ਸਮਝ ਦੇ ਦਿੱਤੀ ਹੈ, ਕਿਸੇ ਨੂੰ ਨਾ ਸਮਝ ਕਰ ਦਿੱਤਾ ਹੈ, ਕਿਸੇ ਨੂੰ ਬਾਰ-ਬਾਰ ਸਮਝਾਉਣਾ ਪੈਂਦਾ ਹੈ, ਕਿਸੇ ਨੂੰ ਜਰਾ ਜਿਹਾ ਇਸ਼ਾਰਾ ਹੀ ਕਾਫੀ ਹੁੰਦਾ ਹੈ। ਇਸ ਲਈ ਇਹ ਸਾਰੀ ਤੇਰੀ ਸਰਕਾਰ ਹੈ, ਤੂੰ ਹੀ ਕਰਨ ਵਾਲਾ ਹੈ। ਇੱਕ ਨਾ ਬਖਸ਼ੇ ਮੇਲ ਲੈ, ਇੱਕ ਨਾ ਤੂੰ ਬਖਸ਼ਦਾ, ਉਹਨਾਂ ਤੇ ਬਖਸ਼ਿਸ਼ਾਂ ਕਰਕੇ, ਰਹਿਮਤਾਂ ਕਰਕੇ ਤੂੰ ਆਪ ਹੀ ਮੇਲ ਲੈਂਦਾ। ਇੱਕ ਨਾ ਬਖਸ਼ੇ ਮੇਲ ਲੈ, ਆਪ ਹੀ ਬਖਸ਼ਿਸ਼ ਕਰਕੇ ਮੇਲ ਲੈਂਦਾ। ਇੱਕ ਦਰਗਾਹ ਮਾਰ ਕੱਢੇ ਕੁੜਿਆਰ, ਤੇ ਇੱਕ ਉਹਨਾਂ ਨੂੰ ਦਰਗਾਹ ਦੇ ਵਿੱਚੋਂ ਵੀ ਮਾਰ ਕੇ ਕੱਢ ਦਿੱਤਾ ਜਾਂਦਾ। ਜਿਨ੍ਹਾਂ ਤੇ ਤੇਰੀ ਰਹਿਮਤ ਹੁੰਦੀ ਹੈ, ਜੋ ਤੈਨੂੰ ਭਾਉਂਦਾ ਹੈ, ਉਹਨਾਂ ਨੂੰ ਤੂੰ ਜੋੜ ਲੈਂਦਾ ਆਪਣੇ ਨਾਲ, ਤੇ ਜਿਹੜਾ ਤੈਨੂੰ ਨਹੀਂ ਭਾਉਂਦਾ, ਸਤਿਗੁਰੂ ਕਹਿੰਦੇ ਤੂੰ ਉਹਨੂੰ ਆਪਣੀ ਦਰਗਾਹ ਵਿੱਚ ਬੈਠੇ ਹੋਏ ਨੂੰ ਵੀ ਕੱਢ ਦਿੰਦਾ, ਉਹਨੂੰ ਬੈਠੇ ਹੋਏ ਨੂੰ। ਇੱਕ ਦਰਗਾਹ ਮਾਰ ਕੱਢੇ ਕੂੜਿਆਰ, ਝੂਠਾ ਆਦਮੀ ਕੂੜਿਆਰ, ਉਸ ਨੂੰ ਕੱਢ ਕੇ ਬਾਹਰ ਕਰ ਦਿੱਤਾ ਜਾਂਦਾ। ਇੱਕ ਧੁਰ ਪਵਿੱਤ ਪਾਵਨ ਹੈ, ਇੱਕ ਧੁਰ ਤੋਂ ਹੀ ਬੜੇ ਪਵਿੱਤਰ ਨੇ, ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਇਹ ਬੰਦੇ ਬਹੁਤ ਪਰਮਾਤਮਾ ਦੇ ਪਿਆਰੇ ਨੇ। ਇੱਕ ਧੁਰ ਪਵਿੱਤ ਪਾਵਨ ਹੈ, ਤੁਧ ਨਾਮੇ ਲਾਏ, ਜਿਨ੍ਹਾਂ ਨੂੰ ਤੂੰ ਆਪਣੇ ਨਾਮ ਵਿੱਚ ਲਾ ਲਿਆ, ਜਿਨ੍ਹਾਂ ਨੂੰ ਆਪਣੀ ਬੰਦਗੀ ਵਿੱਚ ਲਾ ਲਿਆ, ਉਹ ਧੁਰ ਤੋਂ ਪਵਿੱਤਰ ਹੋ ਗਏ, ਉਹ ਹਿਰਦੇ ਤੋਂ ਪਵਿੱਤਰ, ਧੁਰ ਅੰਦਰ ਤੋਂ। ਗੁਰ ਸੇਵਾ ਤੇ ਸੁਖ ਊਪਜੈ, ਸੱਚਾ ਸ਼ਬਦ ਬੁਝਾਏ, ਜਿਹੜੇ ਸੱਚੇ ਸ਼ਬਦ ਦੁਆਰਾ ਸਮਝ ਗਏ, ਜਿਨ੍ਹਾਂ ਨੂੰ ਸੱਚੇ ਸ਼ਬਦ ਦੁਆਰਾ ਸੋਝੀ ਆ ਗਈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਗੁਰ ਸੇਵਾ ਸੁਖ ਉਪਜੈ, ਗੁਰੂ ਦੀ ਸੇਵਾ ਦੁਆਰਾ ਸੁਖ ਉਪਜਦਾ ਹੈ। ਗੁਰੂ ਦੀ ਸੇਵਾ ਦੁਆਰਾ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਸ਼ਬਦ ਦੁਆਰਾ ਸੋਝੀ ਆਈ ਹੈ, ਗੁਰੂ ਦੇ ਸ਼ਬਦ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਗੁਰ ਸੇਵਾ ਤੇ ਸੁਖ ਉਪਜੈ, ਸੱਚਾ ਸ਼ਬਦ ਬੁਝਾਏ। ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਜੀਵਨ ਵਿੱਚ ਗੁਰੂ ਦੀ ਸੇਵਾ ਕਰਕੇ ਹੀ ਸਭ ਕੁਝ ਹਾਸਲ ਕੀਤਾ। ਉਹਨਾਂ ਨੂੰ ਜੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਥਾਂ ਬਿਠਾਇਆ ਤਾਂ ਉਹ ਸੇਵਾ ਕਰਕੇ ਹੀ, ਉਹ ਸੇਵਾ ਕਰਕੇ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਦੀ ਸੇਵਾ ਤੋਂ ਹੀ ਸੁੱਖ ਉਪਜਦਾ ਹੈ। ਇਹ ਗੁਰੂ ਦੇ ਸ਼ਬਦ ਦੁਆਰਾ ਇਹ ਸੋਝੀ ਆਈ। ਇੱਕ ਕੁਚਲ ਕੁਚੀਲ ਬਿਖਲੀ ਪਤੇ, ਨਾਮੋ ਆਪ ਖੁਆਏ। ਸਤਿਗੁਰੂ ਕਹਿੰਦੇ ਜਿਹੜੇ ਬੰਦੇ ਵਾਹਿਗੁਰੂ ਦੇ ਨਾਮ ਤੋਂ ਖੁੰਝੇ ਹੋਏ, ਉਹ ਬੰਦੇ ਬਿਖਲੀ, ਬਿਖਲੀ ਦੁਰਚਾਰੀ, ਭੈੜੇ ਕਰਮ ਕਰਨ ਵਾਲੇ, ਕੁਚਲ ਕੁਚਲ, ਜਿਹੜੇ ਕੁਚਾਲਾਂ ਚੱਲਣ ਵਾਲੇ, ਭੈੜੀਆਂ ਚਾਲਾਂ ਚੱਲਣ ਵਾਲੇ, ਮਾੜੇ ਕੰਮ ਕਰਨ ਵਾਲੇ, ਕੁਚੀਲ ਭੈੜੇ, ਜਿਹੜੇ ਬੜੇ ਵਿਚਾਰੀ ਨੇ, ਬੜੇ ਔਗਣਾਂ ਨਾਲ ਭਰੇ ਹੋਏ, ਕਾਮ ਕ੍ਰੋਧ ਨਾਲ ਭਰੇ, ਵਿਸ਼ਿਆਂ ਵਿਕਾਰਾਂ ਨਾਲ ਭਰੇ ਹੋਏ। ਇੱਕ ਕੁਚਲ ਕੁਚੀਲ ਬਿਖਲੀ ਪਤੇ, ਨਾਮੋਂ ਆਪ ਖੁਆਏ। ਸਤਿਗੁਰੂ ਕਹਿੰਦੇ ਵਾਹਿਗੁਰੂ ਨੇ ਵੀ ਉਹਨਾਂ ਨੂੰ ਨਾਮ ਤੋਂ ਖੁਆ ਰੱਖਿਆ, ਉਹ ਖੁਆਰ ਹੀ ਰਹਿੰਦੇ ਨੇ ਹਮੇਸ਼ਾ, ਉਹਨਾਂ ਨੂੰ ਹਮੇਸ਼ਾ ਖੱਜਲ ਖੁਆਰੀ ਹੀ ਨਸੀਬ ਹੁੰਦੀ। ਉਹ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਰੱਬ ਦੇ ਨਾਮ ਨਾਲ ਨਹੀਂ ਜੁੜ ਪਾਉਂਦੇ, ਉਹ ਮਾਇਆ ਵਿੱਚ ਹੀ ਜੁੜੇ ਰਹਿੰਦੇ ਨੇ, ਉਹ ਕਾਮ ਕ੍ਰੋਧ ਵਿੱਚ ਹੀ ਸਾਰੀ ਜ਼ਿੰਦਗੀ ਆਪਣੀ ਬਤੀਤ ਕਰ ਦਿੰਦੇ ਨੇ। ਕਿਉਂਕਿ ਐਸੇ ਬੰਦੇ ਨੂੰ ਲੱਗਦਾ ਰਹਿੰਦਾ ਹੈ ਕਿ ਇਹਦੇ ਵਿੱਚ ਹੀ ਸੁੱਖ ਹੈ। ਸਾਰੀ ਜ਼ਿੰਦਗੀ ਵਾਸਨਾਵਾਂ ਭੋਗਣ 'ਤੇ ਹੀ ਆਦਮੀ ਲੱਗਾ ਰਹਿੰਦਾ, ਪਰ ਉਹਦੇ ਵਿੱਚੋਂ ਹਾਸਲ ਕੁਛ ਨਹੀਂ ਹੁੰਦਾ ਸਿਵਾਏ ਖੁਆਰੀ ਤੋਂ, ਸਿਵਾਏ ਖੱਜਲਤਾ ਤੋਂ। ਨਾ ਓਨ ਸਿੱਧ ਨਾ ਬੁੱਧ ਹੈ। ਸਤਿਗੁਰੂ ਕਹਿੰਦੇ ਨਾ ਉਸ ਬੰਦੇ ਨੂੰ ਕੋਈ ਸਿੱਧੀ, ਕੋਈ ਸਿੱਧ ਪ੍ਰਾਪਤ ਹੋਈ, ਨਾ ਕੋਈ ਬੁੱਧੀ। ਸਿੱਧ ਉਹ ਸਫਲ ਹੀ ਨਹੀਂ ਹੋਇਆ ਕਿਸੇ ਕਾਰਜ ਵਿੱਚ, ਕਿਉਂਕਿ ਸੋਚਦਾ ਇਹੀ ਸੀ ਕਿ ਕਾਮ ਵਿੱਚੋਂ ਸੁੱਖ ਮਿਲੇਗਾ, ਪਰ ਮਿਲਿਆ ਹੀ ਨਹੀਂ, ਉਹਦੇ ਵਿੱਚੋਂ ਸਫਲਤਾ ਮਿਲੀ ਨਹੀਂ। ਪੈਸੇ ਵਿੱਚੋਂ ਸੁੱਖ ਮਿਲੇਗਾ, ਪਰ ਮਿਲਿਆ ਹੀ ਨਹੀਂ, ਸਿੱਧ ਹੋਇਆ ਹੀ ਨਹੀਂ। ਜੋ ਵੀ ਉਸ ਨੇ ਸੋਚ ਕੇ ਕੀਤਾ ਕਿ ਇਹਦੇ ਵਿੱਚੋਂ ਸੁੱਖ ਲੱਭੇਗਾ, ਸੁੱਖ ਨਹੀਂ ਮਿਲਿਆ। ਨਾ ਸਿੱਧ ਨਾ ਬੁੱਧ। ਸਤਿਗੁਰੂ ਕਹਿੰਦੇ ਹੈਰਾਨੀ ਇਸ ਗੱਲ ਦੀ ਹੈ ਕਿ ਬਾਰ-ਬਾਰ ਇੱਕੋ ਹੀ ਕਰਮ ਕਰਨ ਦੇ ਬਾਵਜੂਦ ਵੀ ਬੰਦੇ ਨੂੰ ਬੁੱਧੀ ਨਹੀਂ ਆਈ,
ਸਿਆਣਾ ਆਦਮੀ ਇੱਕ ਵਾਰੀ ਗਲਤੀ ਕਰ ਲੈਂਦਾ, ਚਲੋ 2 ਵਾਰੀ ਕਰ ਲੈਂਦਾ, ਫਿਰ ਉਹ ਸਮਝ ਜਾਂਦਾ ਕਿ ਨਹੀਂ ਇਹਦੇ ਵਿੱਚ ਕੁਛ ਨਹੀਂ ਹੈ। ਪਰ ਸਤਿਗੁਰੂ ਕਹਿੰਦੇ ਮੂਰਖ ਆਦਮੀ ਉਹ ਇੱਕੋ ਹੀ ਗਲਤੀ ਬਾਰ-ਬਾਰ ਦੁਹਰਾਉਂਦਾ ਰਹਿੰਦਾ, ਬਾਰ-ਬਾਰ ਇੱਕੋ ਹੀ ਗਲਤੀ ਕਰਦਾ ਰਹਿੰਦਾ, ਪਰ ਉਹਦੇ ਤੋਂ ਸਿੱਖਦਾ ਕੁਛ ਵੀ ਨਹੀਂ, ਉਹਦੇ ਤੋਂ ਸਮਝਦਾ ਕੁਛ ਵੀ ਨਹੀਂ। ਇਸ ਲਈ ਨਾ ਸਿੱਧ ਨਾ ਬੁੱਧ। ਸਤਿਗੁਰੂ ਕਹਿੰਦੇ ਬੁੱਧੀ ਵੀ ਨਹੀਂ ਆਈ, ਅਕਲ ਵੀ ਨਹੀਂ ਆਈ ਬੰਦੇ ਨੂੰ, ਬਾਰ-ਬਾਰ ਗਲਤੀ ਕਰਨ ਦੇ ਬਾਵਜੂਦ। ਲੋਕ ਗਲਤੀ ਵੀ ਕਰ ਲੈਂਦੇ ਨੇ, ਬਾਅਦ ਵਿੱਚ ਪਛਤਾਵਾ ਵੀ ਕਰ ਲੈਂਦੇ ਨੇ, ਸੌਰੀ ਫੀਲ ਕਰ ਲੈਂਦੇ ਨੇ, ਜੀ ਮੈਂ ਬਹੁਤ ਸ਼ਰਮਿੰਦਾ। ਚਲੋ ਗੱਲ ਸਮਝ ਆਈ ਕਿ ਬੰਦਾ ਸ਼ਰਮਿੰਦਾ ਹੋਇਆ, ਮਾफ़ੀ ਮੰਗ ਲਈ, ਪਰ ਥੋੜ੍ਹੇ ਸਮੇਂ ਬਾਅਦ ਫਿਰ ਉਹੀ ਗਲਤੀ ਕਰ ਲੈਂਦਾ, ਫਿਰ ਮਾफ़ੀ ਮੰਗ ਲੈਂਦਾ, ਫਿਰ ਮਾफ़ੀ ਗਲਤੀ ਕਰਦਾ, ਫਿਰ ਮਾफ़ੀ। ਨਾ ਮਾफ़ੀ ਮੰਗਣਾ ਛੱਡਦਾ ਅਤੇ ਨਾ ਉਹ ਗਲਤੀ ਕਰਨਾ ਛੱਡਦਾ, ਕਿ ਦੋਨਾਂ 'ਚੋਂ ਇੱਕ ਕੰਮ ਹੀ ਛੱਡਦਾ, ਪਰ ਇੱਕ ਵੀ ਨਹੀਂ ਛੱਡਦਾ। ਇਸ ਲਈ ਸਤਿਗੁਰੂ ਕਹਿੰਦੇ ਨਾ ਸਿੱਧ ਨਾ ਬੁੱਧ ਹੈ ਨਾ ਸੰਜਮੀ। ਨਾ ਹੀ ਜੀਵਨ ਦੇ ਵਿੱਚ ਕੋਈ ਸੰਜਮ ਹੈ, ਜੀਵਨ ਦੇ ਵਿੱਚ ਕੋਈ ਸੰਜਮ ਨਹੀਂ ਹੈ, ਕਿ ਉਹ ਸੰਜਮ ਦੇ ਵਿੱਚ ਨਹੀਂ ਹੈ। ਮਨ ਸੰਜਮ ਵਿੱਚ ਨਹੀਂ, ਮਨ ਹੋਰ ਸੰਜਮ ਧਾਰਨ ਕਰ ਲੈਂਦਾ। ਲੋਕ ਸੰਜਮ ਧਾਰਨ ਕਰ ਲੈਂਦੇ ਨੇ, ਜੀ ਫਲਾਣੀ ਚੀਜ਼ ਨਹੀਂ ਖਾਣੀ ਮੈਂ। ਲੋਕ ਸੰਜਮ ਧਾਰਨ ਕਰ ਲੈਂਦੇ ਨੇ, ਜੀ ਮੈਂ ਫਲਾਣੇ ਰਾਹ ਵਿੱਚ ਦੀ ਨਹੀਂ ਲੰਘਿਆ ਕਰਨਾ। ਲੋਕ ਇਸ ਤਰ੍ਹਾਂ ਦੇ ਸੰਜਮ ਕਰ ਲੈਂਦੇ ਨੇ। ਇਹਨਾਂ ਸੰਜਮਾਂ ਨਾਲ ਕਦੇ ਕੁਛ ਨਹੀਂ ਹੁੰਦਾ। ਕਈ ਵਾਰੀ ਲੋਕ ਆਖਦੇ ਕਿ ਜੀ ਮੈਂ ਇਸਤਰੀ ਦੇ ਹੱਥੋਂ ਲੈ ਕੇ ਕੁਛ ਖਾਣਾ ਨਹੀਂ, ਬਸ ਇਸ ਤਰ੍ਹਾਂ ਦਾ ਸੰਜਮ ਕਰ ਲਿਆ। ਉਹਦੇ ਨਾਲ ਕੀ ਹੋਵੇਗਾ? ਕੁਛ ਵੀ ਨਹੀਂ। ਕਿ ਮੈਂ ਫਲਾਣੇ ਬੰਦਿਆਂ ਦੇ ਜਾਂ ਆਪਣੇ ਜਥੇ ਤੋਂ ਇਲਾਵਾ ਕਿਸੇ ਹੋਰ ਬੰਦੇ ਦੇ ਹੱਥ ਦੀ ਚੀਜ਼ ਨਹੀਂ ਖਾਣੀ, ਉਹਦੇ ਨਾਲ ਕੀ ਹੋਵੇਗਾ? ਇਹ ਸੰਜਮੀ ਨਹੀਂ ਹੈ, ਇਹ ਬੰਦਾ ਝੂਠਾ ਹੈ, ਪਖੰਡੀ ਹੈ। ਇਹਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਸੰਜਮ ਅਸਲ ਵਿੱਚ ਮਨ ਦਾ ਹੈ, ਕਿ ਮਨ ਵਿਕਾਰਾਂ ਵੱਲ ਨੂੰ ਨਾ ਜਾਵੇ, ਮਨ ਵਾਸਨਾ ਵੱਲ ਨੂੰ ਨਾ ਭੱਜੇ। ਸੰਜਮ ਤਾਂ ਇਹ ਹੈ। ਸਤਿਗੁਰੂ ਕਹਿੰਦੇ ਇਹ ਸੰਜਮ ਪੈਦਾ ਹੋਇਆ ਨਹੀਂ। ਮਨ ਕਾਮ ਕ੍ਰੋਧ ਵਾਲੇ ਪਾਸੇ ਨੂੰ ਜਾਣਾ ਹਟ ਜਾਵੇ, ਇਹ ਸੰਜਮ ਧਾਰਨ ਨਹੀਂ ਕੀਤਾ, ਹੋਰ ਸੰਜਮ ਧਾਰਨ ਕਰ ਲਿਆ, ਪਖੰਡ ਧਾਰਨ ਕਰ ਲਿਆ। ਸਤਿਗੁਰੂ ਕਹਿੰਦੇ ਉਹਦੇ ਨਾਲ ਕੁਛ ਨਹੀਂ ਮਿਲਦਾ, ਉਹਦੇ ਨਾਲ ਕੁਛ ਹਾਸਲ ਨਹੀਂ ਹੁੰਦਾ। ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ, ਫਿਰੈ ਉੱਤ ਬਤਾਏ। ਉੱਤ ਬਤਾਏ ਸਤਿਗੁਰੂ ਕਹਿੰਦੇ ਕਮਲਿਆਂ ਵਾਂਗੂ, ਝੱਲਿਆਂ ਵਾਂਗੂ ਬੰਦਾ ਫਿਰਦਾ, ਪਾਗਲਾਂ ਵਾਂਗੂ। ਆਪਾਂ ਕਹਿੰਦੇ ਨੇ ਕਿ ਇਹ ਜੀ ਬੰਦਾ ਪਾਗਲਾਂ ਵਾਂਗੂ ਕਦੇ ਇੱਧਰ ਤੁਰਿਆ ਫਿਰਦਾ, ਕਦੇ ਇੱਧਰ। ਪਾਗਲ ਦੀ ਤਰ੍ਹਾਂ ਸਤਿਗੁਰੂ ਕਹਿੰਦੇ ਇੱਧਰ ਉੱਧਰ ਖੱਜਲ ਹੁੰਦਾ ਫਿਰਦਾ। ਹਾਸਲ ਜੀਵਨ ਦੇ ਵਿੱਚ ਕੁਛ ਵੀ ਨਹੀਂ ਹੋਇਆ, ਪ੍ਰਾਪਤੀ ਕੁਛ ਵੀ ਨਹੀਂ ਹੋਈ। ਨਾ ਸੰਜਮ ਧਾਰਨ ਕਰ ਸਕਿਆ, ਨਾ ਬੁੱਧੀ ਆਈ, ਨਾ ਹੀ ਕੋਈ ਸਿੱਧੀ ਪ੍ਰਾਪਤ ਹੋਈ। ਨਦਰ ਕਰੇ ਜਿਸ ਆਪਣੀ ਤਿਸਨੋਂ ਭਾਵਨੀ ਲਾਏ। ਸਤਿਗੁਰੂ ਕਹਿੰਦੇ ਜਿਹਦੇ ਉੱਤੇ ਉਹਦੀ ਨਜ਼ਰ ਹੁੰਦੀ ਹੈ, ਉਸ ਨੂੰ ਵਾਹਿਗੁਰੂ ਆਪਣੀ ਭਾਵਨੀ ਲਾਉਂਦਾ ਹੈ। ਭਾਵਨੀ, ਉਹਦੇ ਅੰਦਰ ਭਾਵਨਾ ਪੈਦਾ ਹੁੰਦੀ, ਸ਼ਰਧਾ ਪੈਦਾ ਹੁੰਦੀ ਹੈ, ਜਿਹਦੇ ਤੇ ਵਾਹਿਗੁਰੂ ਦੀ ਨਜ਼ਰ ਹੋ ਜਾਂਦੀ ਹੈ। ਉਹਦੀ ਨਜ਼ਰ ਤੋਂ ਬਿਨਾਂ ਸਾਡੇ ਅੰਦਰ ਭਾਵਨਾ ਆਉਂਦੀ ਹੋਈ ਨਹੀਂ। ਭਾਵ ਅਸੀਂ ਕੀ ਮਹਿਸੂਸ ਕਰਦੇ ਹਾਂ, ਸਾਡੇ ਅੰਦਰ ਕੀ ਪ੍ਰੇਮ ਭਾਵ ਹੈ ਉਹਦੇ ਪ੍ਰਤੀ। ਸਤਿਗੁਰੂ ਕਹਿੰਦੇ ਇਹ ਉਹਦੀ ਨਜ਼ਰ ਤੋਂ ਬਿਨਾਂ ਨਹੀਂ ਨਸੀਬ ਹੁੰਦਾ। ਬਹੁਤ ਸਾਰੇ ਲੋਕ ਧਾਰਮਿਕ ਕਰਮ ਕਰਦੇ ਨੇ, ਪਰ ਧਾਰਮਿਕ ਕਰਮ ਦੇ ਪ੍ਰਤੀ ਭਾਵਨਾ ਕੁਛ ਵੀ ਨਹੀਂ, ਭਾਵਨਾ ਕੋਈ ਹੋਰ ਹੈ। ਇਸ ਲਈ ਖਿਆਲ ਰੱਖਣਾ, ਸਾਡੇ ਵੱਲੋਂ ਕਿੰਨੇ ਜਪ ਤਪ ਪੂਜਾ ਪਾਠ ਕੀਤੇ ਜਾਂਦੇ ਨੇ, ਇਹਨਾਂ ਦੀ ਬਹੁਤੀ ਅਹਿਮੀਅਤ ਨਹੀਂ ਹੈ। ਸਾਡੇ ਵੱਲੋਂ ਕਿੰਨਾ ਕੁ ਕਰਮ ਭਾਵਨਾ ਨਾਲ ਕੀਤਾ ਜਾਂਦਾ ਹੈ, ਇਹਦੀ ਅਹਿਮੀਅਤ ਹੁੰਦੀ ਹੈ। ਕਿੰਨਾ ਕੁ ਅਸੀਂ ਭਾਵਨਾ ਨਾਲ ਕਰਦੇ ਹਾਂ, ਕਿੰਨਾ ਕੁ ਅਸੀਂ ਭਾਵਨਾ ਨਾਲ ਜੁੜਦੇ ਹਾਂ, ਇਹਦੀ ਗੱਲ ਬਣਦੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨਦਰ ਕਰੇ ਜਿਸ ਆਪਣੀ ਤਿਸਨੋਂ ਭਾਵਨੀ ਲਾਏ, ਸਤ ਸੰਤੋਖ ਇਹ ਸੰਜਮੀ, ਨਾਮ ਮਨ ਨਿਰਮਲ ਸ਼ਬਦ ਸੁਣਾਏ। ਜਿਹੜਾ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਆਪਣੇ ਅੰਦਰ ਧਾਰਨ ਕਰਦਾ ਹੈ, ਸਤਿਗੁਰੂ ਕਹਿੰਦੇ ਉਹ ਬੰਦਾ ਸਤ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਹ ਸੰਜਮੀ ਹੁੰਦਾ ਹੈ। ਸਤ ਸੰਤੋਖ ਇਹ ਸੰਜਮੀ, ਮਨ ਨਿਰਮਲ ਸ਼ਬਦ ਸੁਣਾਏ, ਲੇਖਾ ਪੜ੍ਹ ਨਾ ਪਹੁੰਚੀਏ।
ਸਤਿਗੁਰੂ ਕਹਿੰਦੇ ਵਾਹਿਗੁਰੂ ਦਾ ਲੇਖਾ ਕਿਸੇ ਵੀ ਤਰ੍ਹਾਂ ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਹੇ ਕਿ ਜੀ ਮੈਂ ਪੜ੍ਹ ਕੇ ਪ੍ਰਮਾਤਮਾ ਦਾ ਲੇਖਾ ਕਰ ਲਵਾਂਗਾ, ਉਹਦਾ ਅੰਤ ਪਾ ਲਾਂਗਾ, ਸਤਿਗੁਰੂ ਕਹਿੰਦੇ ਇੰਜ ਨਹੀਂ ਹੁੰਦਾ। ਲੇਖਾ ਪੜ੍ਹ ਨਾ ਪਹੁੰਚੀਐ, ਕਥ ਕਹਿਣੇ ਅੰਤ ਨਾ ਪਾਏ। ਕਿ ਅਸੀਂ ਕਥਨ ਕਰਕੇ ਕਿ ਅਸੀਂ ਕਥਨ ਕਰੀਏ ਕਿ ਜੀ ਬਹੁਤ ਮੈਂ ਵਿਖਿਆਨ ਕਰ ਸਕਦਾ ਜੀ, ਕਈ ਘੰਟੇ ਮੈਂ ਲਗਾਤਾਰ ਬੋਲ ਸਕਦਾ ਪ੍ਰਮਾਤਮਾ ਦੇ ਸੰਬੰਧ ਵਿੱਚ। ਸਤਿਗੁਰੂ ਕਹਿੰਦੇ ਇਵੇਂ ਵੀ ਉਹਦਾ ਅੰਤ ਨਹੀਂ ਹੁੰਦਾ। ਕਥ ਕਹਿਣੇ ਅੰਤ ਨਾ ਪਾਏ, ਕਥਨ ਕਰਨ ਨਾਲ, ਬਿਆਨ ਕਰਨ ਨਾਲ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰ ਤੇ ਕੀਮਤ ਪਾਈ ਹੈ, ਗੁਰੂ ਦੁਆਰਾ ਉਹਦੀ ਕੀਮਤ ਸਮਝ ਆਉਂਦੀ ਹੈ, ਗੁਰੂ ਦੁਆਰਾ ਪਤਾ ਚੱਲਦਾ ਹੈ। ਸੱਚ ਸ਼ਬਦ ਸੋਝੀ ਪਾਏ, ਸੱਚੇ ਸ਼ਬਦ ਦੁਆਰਾ ਸੋਝੀ ਆਉਂਦੀ ਹੈ ਕਿ ਉਹ ਵਾਹਿਗੁਰੂ ਬੇਅੰਤ ਹੈ, ਉਹਦੀ ਕਦੇ ਕੀਮਤ ਨਹੀਂ ਜਾਣੀ ਜਾ ਸਕਦੀ। ਇਹ ਮਨ ਦੇਹੀ ਸੋਧ ਤੂੰ, ਸਤਿਗੁਰੂ ਕਹਿੰਦੇ ਇਸ ਮਨ ਨੂੰ ਅਤੇ ਇਸ ਦੇਹੀ ਨੂੰ ਸੋਧ, ਇਹਦੇ ਅੰਦਰੋਂ ਖੋਜ। ਉਹ ਬਾਹਰੋਂ ਤੂੰ ਲੱਭਦਾ ਫਿਰਦਾ, ਉੱਥੋਂ ਮਿਲਣ ਵਾਲਾ ਨਹੀਂ ਹੈ। ਆਪਣੀ ਦੇਹੀ ਅੰਦਰੋਂ ਖੋਜ ਲੈ, ਆਪਣੇ ਮਨ ਅੰਦਰੋਂ ਖੋਜ ਲੈ। ਇਹ ਮਨ ਦੇਹੀ ਸੋਧ ਤੂੰ, ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਅੰਦਰ ਨੂੰ ਖੋਜ ਲੈ। ਆਪਣੇ ਅੰਦਰ ਨੂੰ ਅਸੀਂ ਆਪਣੇ ਅੰਦਰ ਨੂੰ ਕਦੇ ਖੋਜ ਨਹੀਂ ਪਾਉਂਦੇ। ਜਿਵੇਂ ਹੀ ਅੱਖਾਂ ਬੰਦ ਕਰਦੇ ਹਾਂ, ਸਾਡੇ ਅੰਦਰ ਦੀਆਂ ਵਿਚਾਰਾਂ ਪ੍ਰਗਟ ਹੋਣੀਆਂ ਸ਼ੁਰੂ ਹੋ ਜਾਂਦੀਆਂ। ਅਸੀਂ ਉਹਨਾਂ ਵਿਚਾਰਾਂ ਨੂੰ ਦੇਖ ਕੇ ਹੀ ਵਾਪਸ ਮੁੜ ਆਉਂਦੇ ਹਾਂ। ਸਾਨੂੰ ਲੱਗਦਾ ਕਿ ਅੰਦਰ ਤਾਂ ਸਾਡੇ ਕੁਝ ਹੈ ਹੀ ਨਹੀਂ। ਸਾਡੇ ਵਿਚਾਰ ਕਦੀ ਖਿਆਲ ਰੱਖਣਾ, ਜੇ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਅੰਦਰ ਕਾਮ ਬਹੁਤ ਹੈ ਜਾਂ ਕ੍ਰੋਧ ਬਹੁਤ ਹੈ ਜਾਂ ਈਰਸ਼ਾ ਬਹੁਤ ਹੈ, ਤੁਸੀਂ ਝਗੜਾਲੂ ਬਹੁਤ ਹੋ, ਜੋ ਵੀ ਤੁਹਾਨੂੰ ਲੱਗਦਾ ਹੈ ਕਿ ਮੇਰੇ ਅੰਦਰ ਆਹ ਚੀਜ਼ ਬਹੁਤ ਹੈ, ਜਰਾ ਕਦੇ ਬੈਠ ਕੇ ਸ਼ਾਂਤ ਹੋ ਕੇ ਉਹਨੂੰ ਦੇਖਣ ਦੀ ਕੋਸ਼ਿਸ਼ ਕਰਨਾ ਕਿ ਮੇਰੇ ਅੰਦਰ ਕਿੰਨਾ ਕੁ ਗੁੱਸਾ ਭਰਿਆ, ਮੇਰੇ ਅੰਦਰ ਕਿੰਨਾ ਕੁ ਲੋਭ ਹੈ, ਕਿੰਨਾ ਕੁ ਮੋਹ ਹੈ, ਹੰਕਾਰ ਕਿੰਨਾ ਕੁ ਹੈ, ਜਰਾ ਵੇਖਣ ਦਾ ਯਤਨ ਕਰਨਾ। ਅਸੀਂ ਕਦੇ ਵੀ ਇਹਨਾਂ ਨੂੰ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੇ ਵੀ। ਜੇ ਸੱਚਮੁੱਚ ਸਾਨੂੰ ਲੱਗਦਾ ਕਿ ਮੈਂ ਬਹੁਤ ਚੰਗਾ ਆਦਮੀ ਹਾਂ, ਤਾਂ ਆਪਣੀ ਚੰਗਿਆਈ ਨੂੰ ਦੇਖਣਾ ਕੋਈ ਗਲਤ ਗੱਲ ਥੋੜ੍ਹੀ ਹੁੰਦੀ। ਜਰਾ ਅੱਖਾਂ ਬੰਦ ਕਰਕੇ ਵੇਖੋ ਆਪਣੀ ਕਿੰਨੀ ਕੁ ਚੰਗਿਆਈ ਹੈ। ਜਾਂ ਮੇਰੇ ਅੰਦਰ ਕੋਈ ਔਗਣ ਹੈ, ਉਸ ਨੂੰ ਦੇਖੋ ਆਪਣੇ ਅੰਦਰ ਝਾਤ ਮਾਰ ਕੇ। ਦੂਸਰਿਆਂ ਦੇ ਔਗਣ ਅਸੀਂ ਬਹੁਤ ਦੇਖਦੇ ਰਹਿੰਦੇ ਹਾਂ, ਦੂਸਰਿਆਂ ਦਾ ਰੂਪ ਰੰਗ ਬਹੁਤ ਦਫਾ ਦੇਖਿਆ, ਆਪਣੇ ਆਪ ਅੰਦਰ ਜਰਾ ਵੇਖੋ। ਸਤਿਗੁਰੂ ਕਹਿੰਦੇ ਜਿਹੜਾ ਆਪਣੇ ਮਨ ਨੂੰ ਸੋਧਦਾ ਹੈ, ਜਿਹੜਾ ਆਪਣੀ ਦੇਹੀ ਨੂੰ ਸੋਧਦਾ ਹੈ, ਆਪਣੇ ਅੰਦਰ ਦੇਖਦਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ, ਸਤਿਗੁਰੂ ਕਹਿੰਦੇ ਉਹ ਬੰਦਾ ਸਵਰ ਜਾਂਦਾ ਹੈ, ਉਹੀ ਸਵਰਦਾ ਹੈ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ। ਇਸ ਸਰੀਰ ਅੰਦਰ ਵਾਹਿਗੁਰੂ ਦਾ ਨਾਮ ਰੂਪੀ ਨਿਧਾਨ ਹੈ। ਉਹਦੇ ਤੇ ਸਾਡਾ ਕਦੇ ਧਿਆਨ ਨਹੀਂ ਜਾਂਦਾ, ਸਾਡਾ ਧਿਆਨ ਹੋਰ ਪਾਸੇ ਲੱਗਾ ਰਹਿੰਦਾ। ਸਤਿਗੁਰੂ ਕਹਿੰਦੇ ਉਸ ਦੇਹੀ ਦੇ ਅੰਦਰ ਹੈ, ਉਸ ਨੂੰ ਦੇਖ, ਉਹ ਮਨ ਦੇ ਵਿੱਚ ਵਿਸ਼ਰਾਮ ਕਰਦਾ। ਇਸ ਲਈ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਸਤਿਗੁਰੂ ਕਹਿੰਦੇ ਜਿਹੜਾ ਗੁਰੂ ਦੇ ਨਾਲ ਪ੍ਰੇਮ ਪਾਉਂਦਾ ਹੈ, ਹੇਤ ਲਾਉਂਦਾ ਗੁਰੂ ਨਾਲ, ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਹਾਸਲ ਹੁੰਦਾ ਹੈ। ਗੁਰੂ ਤੋਂ ਬਿਨਾਂ ਹਾਸਲ ਨਹੀਂ ਹੁੰਦਾ। ਗੁਰੂ ਨਾਲ ਪ੍ਰੇਮ ਪਾਓਗੇ, ਗੁਰੂ ਦੇ ਸ਼ਬਦ ਨਾਲ ਜੁੜੋਗੇ ਤਾਂ ਆਪਣੇ ਅੰਦਰੋਂ ਜਾਣ ਲਵੋਗੇ, ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲਓਗੇ, ਕਿਸੇ ਹੋਰ ਪਾਸੇ ਜਾਣਾ ਨਹੀਂ ਪਵੇਗਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਹੀਂ। ਸਭ ਕੁਝ ਘਰ ਵਿੱਚ ਹੀ ਹੈ, ਬਾਹਰ ਕੁਛ ਵੀ ਨਹੀਂ। ਬਾਹਰ ਟੋਲੇ ਸੋ ਭਰਮ ਭੁਲਾਈਏ। ਜਿਹੜੇ ਬਾਹਰ ਲੱਭਦੇ ਨੇ ਉਹ ਭਰਮ ਦੇ ਨੇ, ਉਹ ਖੱਜਲ ਹੁੰਦੇ ਨੇ। ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾ ਲਿਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਉਹ ਅੰਦਰ ਬਾਹਰ ਸੁਖੀ ਹੋ ਗਿਆ, ਉਹਨੂੰ ਸੁੱਖ ਪ੍ਰਾਪਤ ਹੋਇਆ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ, ਆਪਣੇ ਤਨ ਨੂੰ ਖੋਜ ਸਕੀਏ ਤੇ ਅੰਦਰੋਂ ਉਸ ਨੂੰ ਜਾਣ ਸਕੀਏ ਜੋ ਸਾਡੇ ਅੰਦਰ ਲੁਕਿਆ ਹੋਇਆ। ਗੁਰੂ ਅਮਰਦਾਸ ਮਹਾਰਾਜ ਜੋ ਅੱਜ ਦੇ ਦਿਨ ਇਸ ਫਾਨੀ ਸੰਸਾਰ ਨੂੰ ਸਰੀਰਕ ਤੌਰ ਤੇ ਹਮੇਸ਼ਾ ਵਾਸਤੇ ਅਲਵਿਦਾ ਕਹਿ ਗਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੀ ਥਾਂ ਤਖਤ ਤੇ ਬਿਠਾਇਆ, ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਉਹਨਾਂ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਇਹੀ ਹੁਣ ਤੋਂ ਗੁਰੂ ਨੇ।
ਜਦੋਂ ਤੁਸੀਂ ਰਾਮਕਲੀ ਸੱਦ ਪੜੋਗੇ, ਰਾਮਕਲੀ ਸੱਦ ਬਾਣੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਰੀ ਵੇਲੇ ਗੱਲਾਂ ਕਹੀਆਂ, ਉਹਨਾਂ ਸਾਰੀਆਂ ਗੱਲਾਂ ਨੂੰ ਬਾਬੇ ਸੁੰਦਰ ਨੇ ਲਿਖਿਆ। ਹੂਬਹੂ ਸਤਿਗੁਰੂ ਦੇ ਬਚਨ ਨੇ ਉਹ, ਪਰ ਉਹਨਾਂ ਨੂੰ ਲਿਖਣ ਵਾਲੇ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ। ਉਹਨਾਂ ਨੇ ਲਿਖਿਆ ਕਿ ਅੰਤੇ ਸਤਿਗੁਰ ਬੋਲਿਆ, ਗੁਰੂ ਅਮਰਦਾਸ ਮਹਾਰਾਜ ਅੰਤ ਨੂੰ ਬੋਲੇ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਚਾਹੁੰਦੇ ਹਾਂ ਕਿ ਆਹ ਕੰਮ ਤੁਸੀਂ ਕਰਨਾ। ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੀ ਥਾਂ ਬਿਠਾਇਆ ਅਤੇ ਸਾਰੀ ਸੰਗਤ ਨੂੰ ਕਿਹਾ ਕਿ ਭਾਈ ਵਾਹਿਗੁਰੂ ਦਾ ਭਾਣਾ ਹੈ, ਪਰਮੇਸ਼ਰ ਦੀ ਰਜ਼ਾ ਹੈ, ਸਾਡਾ ਇਸ ਸੰਸਾਰ ਤੋਂ ਜਾਣ ਦਾ ਹੁਣ ਵਕਤ ਆ ਗਿਆ। ਕਿਸੇ ਨੇ ਵੀ ਇਸ ਗੱਲ ਤੇ ਸੋਗ ਨਹੀਂ ਕਰਨਾ। ਸਤਿਗੁਰੂ ਕਹਿੰਦੇ ਉਹੀ ਮੇਰਾ ਸਿੱਖ, ਮੇਰਾ ਪਿਆਰਾ ਮੈਨੂੰ ਭਾਉਂਦਾ ਹੈ, ਪਰਮਾਤਮਾ ਨੂੰ ਵੀ ਉਹੀ ਚੰਗਾ ਲੱਗਦਾ ਜਿਹੜਾ ਉਹਦੇ ਹੁਕਮ ਤੇ ਚੱਲਦਾ ਹੈ। ਭਗਤ ਸਤਿਗੁਰ ਸਿੱਖ ਸੋਈ, ਜਿਸ ਹਰਿ ਪ੍ਰਭ ਭਾਣਾ ਭਾਵੇ। ਉਹੀ ਭਗਤ ਹੈ, ਉਹੀ ਸਤਿਗੁਰੂ ਹੈ, ਉਹੀ ਸਿੱਖ ਹੈ ਜਿਹਨੂੰ ਵਾਹਿਗੁਰੂ ਦਾ ਭਾਣਾ ਭਾਵੇ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਜਿਹੜੇ ਮੇਰੀ ਰਜ਼ਾ ਮੰਨਣਗੇ, ਮੇਰਾ ਹੁਕਮ ਮੰਨਣਗੇ, ਉਹੀ ਮੇਰੇ ਪਿਆਰੇ। ਤਾਂ ਬਾਬੇ ਸੁੰਦਰ ਨੇ ਲਿਖਿਆ ਕਿ ਗੁਰਸਿੱਖਾਂ ਮੰਨ ਲਈ ਰਜ਼ਾਏ ਜੀਓ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਿ ਹੁਣ ਸਾਡੇ ਜਾਣ ਦਾ ਵਕਤ ਆਇਆ, ਤਾਂ ਸਿੱਖਾਂ ਨੇ ਕਿਹਾ ਜੀ ਜੋ ਤੁਹਾਡੀ ਰਜ਼ਾ, ਜੋ ਤੁਹਾਡਾ ਹੁਕਮ। ਗੁਰੂ ਅਮਰਦਾਸ ਮਹਾਰਾਜ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਗੁਰੂ ਰਾਮਦਾਸ ਜੀ ਇਹੀ ਤੁਹਾਡੇ ਗੁਰੂ ਨੇ, ਇਹਨਾਂ ਨੂੰ ਮੱਥਾ ਟੇਕੋ। ਤਾਂ ਸਾਰੀ ਸੰਗਤ ਨੇ ਹੁਕਮ ਮੰਨਿਆ, ਪਰ ਬਾਬੇ ਮੋਹਨ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਿਹੜੀ ਦਾਤ ਦੇ ਮਾਲਕ ਅਸੀਂ ਹਾਂ ਜਾਂ ਮੈਂ ਹਾਂ ਜਿਹਦਾ ਮਾਲਕ, ਉਹ ਤੁਸੀਂ ਰਾਮਦਾਸ ਨੂੰ ਦੇ ਕੇ ਸਾਡੇ ਨਾਲ ਨਾਇਨਸਾਫੀ ਕੀਤੀ, ਇਸ ਲਈ ਮੈਂ ਇਹਨਾਂ ਨੂੰ ਮੱਥਾ ਨਹੀਂ ਟੇਕਾਂਗਾ। ਬਾਬੇ ਮੋਹਨ ਨੇ ਬਹੁਤ ਮੰਦਾ ਚੰਗਾ ਬੋਲਿਆ, ਉਹ ਬੋਲਦਾ ਹੀ ਰਿਹਾ, ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਦੀ ਕਿਸੇ ਗੱਲ ਨੂੰ ਨਾ ਗੌਲਿਆ ਤੇ ਸਾਰੀ ਸੰਗਤ ਨੇ ਉਸੇ ਤਰ੍ਹਾਂ ਸਤਿਗੁਰੂ ਦਾ ਹੁਕਮ ਮੰਨ ਕੇ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ। ਉਸ ਤੋਂ ਬਾਅਦ ਬਾਬਾ ਮੋਹਰੀ, ਗੁਰੂ ਸਾਹਿਬ ਦਾ ਛੋਟਾ ਪੁੱਤਰ, ਉਹਨਾਂ ਨੇ ਗੁਰੂ ਸਾਹਿਬ ਦੀ ਰਜ਼ਾ ਮੰਨ ਲਈ। ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੈ ਪੈਰੀ ਪਾਏ ਜੀਓ, ਕਿ ਬਾਬੇ ਮੋਹਰੀ ਨੇ ਗੁਰੂ ਰਾਮਦਾਸ ਜੀ ਦੇ ਪੈਰੀਂ ਪੈ ਕੇ ਮੱਥਾ ਟੇਕਿਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਨਾਂ ਤੇ ਬਖਸ਼ਿਸ਼ ਕੀਤੀ। ਸਤਿਗੁਰੂ ਨੇ ਕਿਹਾ ਕਿ ਜਿਹੜੇ ਭਗਤੀ ਕਰਦੇ ਨੇ, ਸਾਧੂ ਜਨ, ਸੰਤ ਜਨ, ਭਗਤ ਜਨ, ਉਹ ਭਗਤੀ ਕਰਕੇ ਆਪਣੀਆਂ 21 ਕੁੱਲਾਂ ਤਾਰ ਲੈਂਦੇ ਨੇ। ਤੁਹਾਡੀਆਂ 42 ਕੁੱਲਾਂ ਤਰੀਆਂ ਕਿਉਂਕਿ ਤੁਸੀਂ ਗੁਰੂ ਦੇ ਹੁਕਮ ਨੂੰ ਮੰਨ ਲਿਆ। ਬਾਬਾ ਮੋਹਰੀ ਉਹ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਉਹਨਾਂ ਦਾ ਹੁਕਮ ਮੰਨ ਕੇ ਹੀ ਤਰ ਗਏ। ਇਸ ਤਰ੍ਹਾਂ ਉਹਨਾਂ ਦਾ ਬੇੜਾ ਪਾਰ ਹੋ ਗਿਆ। ਤੇ ਸਾਰੀ ਸੰਗਤ ਨੂੰ ਸਤਿਗੁਰੂ ਜੀ ਨੇ ਸੰਬੋਧਨ ਕਰਕੇ ਕਿਹਾ ਕਿ ਸਾਡੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਹੋਰ ਦੁਨਿਆਵੀ ਰਸਮ ਕਰਨ ਦੀ ਜ਼ਰੂਰਤ ਨਹੀਂ। ਸਤਿਗੁਰੂ ਨੇ ਕਿਹਾ ਕਿ ਸਾਡੇ ਤੋਂ ਬਾਅਦ ਕੀ ਕਰਨਾ ਹੈ ਤੁਸੀਂ। ਬਾਬੇ ਮੋਹਰੀ ਨੇ ਪੁੱਛਿਆ ਸੀ ਕਿ ਸਤਿਗੁਰੂ ਜੀ ਤੁਹਾਡੇ ਜਾਣ ਤੋਂ ਬਾਅਦ ਕਿਹੜੀਆਂ ਰਸਮਾਂ ਕਰੀਏ, ਕੁੱਲ ਰੀਤ ਦੀਆਂ ਜੋ ਵੀ ਰਸਮਾਂ ਨੇ ਅੰਤਮ ਸੰਸਕਾਰ ਦੀਆਂ, ਕੀ ਉਹ ਸਾਰੀਆਂ ਕਰਨੀਆਂ? ਤਾਂ ਗੁਰੂ ਸਾਹਿਬ ਨੇ ਸਭ ਇਨਕਾਰ ਕਰ ਦਿੱਤਾ ਕਿ ਸਾਡੇ ਜਾਣ ਤੋਂ ਬਾਅਦ ਜੋ ਤੁਸੀਂ ਰਸਮ ਕਰਨੀ ਹੈ ਉਹ ਇਹ ਕਿ ਸਾਨੂੰ ਵੱਡਾ ਕਰਨ ਦੀ ਜ਼ਰੂਰਤ ਨਹੀਂ। ਗੁਰੂ ਅਮਰਦਾਸ ਮਹਾਰਾਜ ਦੀ ਵਡੇਰੀ ਉਮਰ ਸੀ। ਜਦੋਂ ਕੋਈ ਬੰਦਾ ਵੱਡਾ ਹੋ ਕੇ, ਬਹੁਤ ਬਜ਼ੁਰਗ ਹੋ ਕੇ ਇਸ ਦੁਨੀਆ ਤੋਂ ਜਾਂਦਾ ਤਾਂ ਲੋਕ ਉਹਨੂੰ ਵੱਡਾ ਕਰਦੇ ਨੇ, ਉਹਦੀ ਅਰਥੀ ਨੂੰ ਸਜਾਇਆ ਜਾਂਦਾ ਹੈ, ਫੁੱਲ ਲਾਏ ਜਾਂਦੇ ਨੇ, ਕਈ ਤਰ੍ਹਾਂ ਦੇ ਗੁਬਾਰੇ ਲਾਏ ਜਾਂਦੇ ਨੇ, ਬਹੁਤ ਸੁੰਦਰ ਸਜਾਇਆ ਜਾਂਦਾ। ਸਤਿਗੁਰੂ ਕਹਿੰਦੇ ਐਸਾ ਕਰਨ ਦੀ ਕੋਈ ਜ਼ਰੂਰਤ ਨਹੀਂ। ਇਹ ਸਭ ਪਖੰਡ ਨੇ, ਇਹਨਾਂ ਵਿੱਚ ਕੁਝ ਨਹੀਂ ਪਿਆ। ਵੱਡਾ ਨਹੀਂ ਕਰਨਾ, ਕੁਝ ਵੀ ਹੋਰ ਕਰਨ ਦੀ ਜ਼ਰੂਰਤ ਨਹੀਂ, ਕੀਰਤਨ ਕਰਨਾ ਬਸ ਤੁਸੀਂ। ਸਤਿਗੁਰੂ ਕਹਿੰਦੇ ਸਾਰੇ ਗੁਰਸਿੱਖ ਬੈਠਣਾ, ਬੈਠ ਕੇ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਨਾ। ਸਿੱਖਾਂ ਆਖਿਆ ਜੀ ਹੋਰ ਕੀ ਕਰਨਾ? ਸਤਿਗੁਰੂ ਨੇ ਕਿਹਾ ਕਿ ਸਾਡੇ ਫੁੱਲ ਚੁਗ ਕੇ ਕਿਤੇ ਦਰਿਆ ਵਿੱਚ ਪਾਉਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ। ਸਤਿਗੁਰੂ ਕਹਿੰਦੇ ਤੁਸੀਂ ਕਹੋ ਕਿ ਅਸੀਂ ਹਰਿਦੁਆਰ ਲੈ ਕੇ ਜਾਈਏ, ਗੰਗਾ ਵਿੱਚ ਪਾ ਕੇ ਆਈਏ। ਸਤਿਗੁਰੂ ਕਹਿੰਦੇ ਨਹੀਂ, ਐਸਾ ਕੁਝ ਵੀ ਨਹੀਂ ਕਰਨ ਦੀ ਜ਼ਰੂਰਤ ਹੈ। ਸਾਰਾ ਕੁਝ ਇਕੱਠਾ ਕਰਕੇ ਇੱਥੇ ਕਿਤੇ ਪਾਣੀ ਦੇ ਵਿੱਚ ਬਹਾ ਦਿਓ, ਨਾ ਹੋ ਸਕੇ ਪਾਣੀ ਦਾ ਬੰਦੋਬਸਤ ਤਾਂ ਕਿਤੇ ਜ਼ਮੀਨ ਵਿੱਚ ਪੁੱਟ ਕੇ ਦੱਬ ਦਿਓ, ਬਸ। ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ। ਸਿੱਖਾਂ ਆਖਿਆ ਜੀ ਹੋਰ ਜੋ ਪਿੰਡ ਪੱਤਲ ਕਿਰਿਆ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾ ਪਿੰਡ, ਨਾ ਪੱਤਲ, ਨਾ ਕਿਰਿਆ, ਇਹਨਾਂ ਵਿੱਚੋਂ ਕੁਝ ਵੀ ਨਹੀਂ ਕਰਨਾ। ਕੋਈ ਕਪਾਲ ਕਿਰਿਆ ਨਹੀਂ, ਕੋਈ ਕੁਝ ਨਹੀਂ, ਕੋਈ ਕਿਸੇ ਤਰ੍ਹਾਂ ਦਾ ਕੋਈ ਦੀਵਾ ਬਾਲਣਾ ਜਾਣਾ ਹੈ। ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ, ਬਸ ਸਿਰਫ ਇੱਕੋ ਹੀ ਕਰਮ ਕਰਨਾ ਕਿ ਉਹਦਾ ਕੀਰਤਨ ਕਰਨਾ, ਉਹਦੀ ਸਿਫਤ ਸਲਾਹ ਕਰਨਾ, ਬਸ। ਕਿਸੇ ਨੇ ਰੋਣਾ ਨਹੀਂ, ਕਿਸੇ ਨੇ ਸੋਗ ਨਹੀਂ ਕਰਨਾ, ਕਿਉਂਕਿ ਸਭ ਨੇ ਇੱਥੋਂ ਜਾਣਾ ਹੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਸਿੱਖਾਂ
ਸਿੱਖਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਸਭ ਨੇ ਗੁਰਸਿੱਖਾਂ ਮੰਨ ਲਈ ਰਜ਼ਾਏ ਜੀਓ, ਸਾਰਿਆਂ ਨੇ ਰਜ਼ਾ ਮੰਨ ਲਈ ਕਿ ਜੋ ਤੁਸੀਂ ਕਿਹਾ ਉਵੇਂ ਹੀ ਕਰਾਂਗੇ। ਅੱਜ ਦੇ ਦਿਨ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾ ਗਏ। ਬਿਆਸ ਦਰਿਆ ਦੇ ਕੰਢੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦੇ ਸਰੀਰ ਨੂੰ, ਪਵਿੱਤਰ ਸਰੀਰ ਨੂੰ ਮੋਢਾ ਦੇਣ ਵਾਲੇ ਬਾਬਾ ਮੋਰੀ, ਗੁਰੂ ਸਾਹਿਬ ਦੇ ਪੁੱਤਰ ਗੁਰੂ ਰਾਮਦਾਸ, ਬਾਬਾ ਬੁੱਢਾ ਜੀ ਤੇ ਭਾਈ ਬੱਲੂ, ਇਹਨਾਂ 4 ਰੱਬੀ ਰੂਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੀਰ ਨੂੰ ਆਪਣੇ ਮੋਢਿਆਂ ਤੇ ਉਠਾ ਕੇ ਬਿਆਸ ਦਰਿਆ ਦੇ ਕੰਢੇ ਚਿਣੀ ਹੋਈ ਚਿਖਾ ਦੇ ਉੱਤੇ ਲਿਆ ਕੇ ਉੱਥੇ ਸੰਸਕਾਰ ਹੋਇਆ। ਬਾਬੇ ਮੋਰੀ ਦੇ ਆਖਰੀ ਅਗਨ ਉਹਨਾਂ ਦੇ ਸਰੀਰ ਨੂੰ ਦਿੱਤੀ। ਇਸ ਤਰ੍ਹਾਂ ਸਾਰੀ ਸੰਗਤ ਬਾਅਦ ਵਿੱਚ ਬੌਲੀ ਸਾਹਿਬ ਦੇ ਲਾਗੇ ਆਈ, ਉੱਥੇ ਦੀਵਾਨ ਲੱਗਾ ਤੇ ਇਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਦਿਨ ਜੋਤੀ ਜੋਤ ਸਮਾ ਗਏ। ਉਹਨਾਂ ਦੇ ਚਰਨਾਂ ਵਿੱਚ ਪ੍ਰਣਾਮ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਸੇਵਾ ਕਿਵੇਂ ਕਮਾਈ ਦੀ ਹੈ। ਉਹਨਾਂ ਨੇ ਸਾਨੂੰ ਦੱਸਿਆ ਕਿ ਚਾਹੇ ਬੰਦਾ ਜਿੰਨਾ ਮਰਜ਼ੀ ਬਜ਼ੁਰਗ ਹੋ ਜਾਏ, ਜੇ ਗੁਰੂ ਦੇ ਚਰਨਾਂ ਨਾਲ ਪਿਆਰ ਹੈ ਤਾਂ ਉਹ ਬਜ਼ੁਰਗੀ, ਉਹ ਬੁਢਾਪਾ ਤੁਹਾਡੇ ਗੁਰੂ ਦੇ ਪਿਆਰ ਦੇ ਵਿਚਕਾਰ ਕਦੇ ਨਹੀਂ ਅੜਚਨ ਖੜੀ ਕਰਦਾ। ਉਹ ਬੁਢਾਪਾ ਵੀ ਤੁਹਾਡਾ ਸਹਾਈ ਹੋ ਜਾਂਦਾ ਜੇ ਤੁਸੀਂ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੋ। ਸਤਿਗੁਰੂ ਕਹਿੰਦੇ ਧੌਲੀ ਸਾਹਿਬ ਸਦਾ ਹੈ, ਕਿ ਬੁਢਾਪੇ ਵਿੱਚ ਵੀ ਪ੍ਰਮਾਤਮਾ ਹਮੇਸ਼ਾ ਨਾਲ ਰਹਿੰਦਾ, ਚਿੱਤ ਵਿੱਚ ਵਸਦਾ ਜੇ ਬੰਦੇ ਦੇ ਅੰਦਰ ਪ੍ਰੇਮ ਹੋਵੇ। ਖੈਰ, ਸਤਿਗੁਰੂ ਜੀ ਦੇ ਚਰਨਾਂ ਵਿੱਚ ਕੋਟਾਂ ਕੋਟ ਨਮਸਕਾਰ। ਹੋਈਆਂ ਬੇਅੰਤ ਭੁੱਲਾਂ ਲਿਖੇਵਾਂ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।